Good morning students. Today we will continue a topic Consumer Protection Act 2019. प्रीवियस ਲੈਕਚਰ ਦੇ ਵਿੱਚ ਆਪਾਂ ਨੇ ਕੀ ਕੀਤਾ ਸੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਬਾਰੇ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕੀਤਾ ਸੀ ਅਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਮੈਕੈਨਿਜ਼ਮ ਤੇ ਅੱਜ ਆਪਾਂ ਕੀ ਕਰਾਂਗੇ ਵੈਰੀ ਇੰਪੋਰਟੈਂਟ ਟੌਪਿਕ ਹੈ ਜੋ ਅੱਜ ਕਰਾਂਗੇ ਆਪਾਂ CPA 1986 ਤੇ 2019 ਦੋਨਾਂ ਦੇ ਵਿੱਚ ਕੀ ਕਰਾਂਗੇ ਡਿਫਰੈਂਸ ਕਰਾਂਗੇ ਵੀ ਜੋ 1986 ਸੀ ਇਸ ਦੇ ਵਿੱਚ ਕੀ ਰੂਲਸ ਰੈਗੂਲੇਸ਼ਨ ਸੀ ਤੇ ਜੋ ਨਿਊ ਅਪਡੇਟਡ ਐਕਟ ਹੈ ਆਪਣਾ 2019 ਇਸ ਦੇ ਵਿੱਚ ਕੀ ਹੈ ਜਿਹੜੇ ਰੂਲਸ ਰੈਗੂਲੇਸ਼ਨਸ ਕੀ ਨੇ। ਫਸਟ ਆਪਣੇ ਕੋਲ ਦੇਖੋ CPA 1986 ਤੇ 2019 CPA ਦੇ ਵਿੱਚ ਕੀ ਸੀ ਆਲ ਗੁੱਡਸ ਐਂਡ ਸਰਵਿਸਿਜ਼ ਫॉर ਕੰਸੀਡਰੇਸ਼ਨ ਆਰ ਇਨਕਲੂਡਡ ਬਟ ਓਨਲੀ ਫ੍ਰੀ ਐਂਡ ਪਰਸਨਲ ਸਰਵਿਸਿਜ਼ ਆਰ ਐਕਸਕਲੂਡਡ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਵਿੱਚ ਕੀ ਸੀ ਜਿੰਨੀਆਂ ਵੀ ਗੁੱਡਸ ਐਂਡ ਸਰਵਿਸਿਜ਼ ਸੀ ਕੰਸੀਡਰੇਸ਼ਨ ਦੇ ਲਈ ਜੋ ਆਪਾਂ ਕੀ ਕਰਦੇ ਹਾਂ ਮਤਲਬ ਫਾਈਨਲ ਕੰਜ਼ੰਪਸ਼ਨ ਦੇ ਲਈ ਲੈਂਦੇ ਹਾਂ ਉਹ ਸਾਰੀਆਂ ਇਨਕਲੂਡਡ ਸੀ। ਓਨਲੀ ਫ੍ਰੀ ਐਂਡ ਪਰਸਨਲ ਸਰਵਿਸਿਜ਼ ਕੀ ਸੀ ਐਕਸਕਲੂਡਡ ਸੀ। ਬਟ ਜੋ ਤੁਹਾਡਾ ਜਿਹੜਾ 2019 ਐਕਟ ਹੈ ਇਸ ਦੇ ਵਿੱਚ ਵੀ ਸੇਮ ਹੀ ਹੈ ਠੀਕ ਹੈ ਜੋ ਤੁਹਾਡੀਆਂ ਫ੍ਰੀ ਐਂਡ ਪਰਸਨਲ ਸਰਵਿਸਿਜ਼ ਨੂੰ ਐਕਸਕਲੂਡਡ ਨੇ ਹੁਣ ਵੀ ਬਟ ਕੁਛ ਨਿਊ ਥਿੰਗਸ ਨੇ ਜਿਹੜੀਆਂ ਉਹ ਐਡਅਪ ਕੀਤੀਆਂ ਗਈਆਂ ਨੇ ਉਹ ਕੀ ਸੀ ਟੈਲੀਕਾਮ ਐਂਡ ਹਾਊਸਿੰਗ ਕੰਸਟਰਕਸ਼ਨ। ਪਹਿਲਾਂ ਕੀ ਸੀ ਜੋ ਟੈਲੀਕਾਮ ਅਤੇ ਹਾਊਸਿੰਗ ਕੰਸਟਰਕਸ਼ਨ ਸੀ ਐਕਟੀਵਿਟੀਜ਼ ਸੀ ਉਹ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਏਰੀਏ ਤੋਂ ਕੀ ਸੀਆਂ ਮਤਲਬ ਉਸਦੇ ਵਿੱਚ ਇਨਕਲੂਡਡ ਨਹੀਂ ਸੀ ਬਟ ਹੁਣ ਟੈਲੀਕਾਮ ਅਤੇ ਹਾਊਸਿੰਗ ਸਰਵਿਸਿਜ਼ ਵੀ ਜਿਹੜੀਆਂ ਇਨਕਲੂਡ ਕਰ ਦਿੱਤੀਆਂ ਗਈਆਂ ਨੇ। ਦੈਨ ਆਪਾਂ ਗੱਲ ਕਰਾਂਗੇ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਦੀ। CPA ਦੇ ਵਿੱਚ ਕੀ ਸੀ 6 ਅਨਫੇਅਰ ਟ੍ਰੇਡ ਪ੍ਰੈਕਟਿਸਿਸ ਸੀ ਨਾ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ ਪਹਿਲਾਂ ਹੀ। ਇਸ ਦੇ ਵਿੱਚ ਕੀ ਸੀ 6 ਅਨਫੇਅਰ ਟ੍ਰੇਡ ਪ੍ਰੈਕਟਿਸਿਸ ਸੀ। 6 ਦੇ ਵਿੱਚ ਦੇਖੋ ਤੁਹਾਨੂੰ ਕੀ ਕਰਵਾਇਆ ਸੀ ਵੀ ਤੁਸੀਂ ਕੀ ਕਰਨਾ ਕਿਸੇ ਨੂੰ ਕੁਆਲਿਟੀ ਹੋਰ ਸ਼ੋਅ ਕਰਨਾ ਠੀਕ ਹੈ ਸੈਂਪਲ ਕਿਸੇ ਹੋਰ ਚੀਜ਼ ਦਾ ਸ਼ੋਅ ਕਰਨਾ ਬਟ ਰੀਅਲ ਦੇ ਵਿੱਚ ਕੋਈ ਹੋਰ ਦੇਣਾ ਜਾਂ ਫਿਰ ਕੁਆਂਟਿਟੀ ਜ਼ਿਆਦਾ ਸ਼ੋਅ ਕਰ ਦੇਣਾ ਰੀਅਲ ਦੇ ਵਿੱਚ ਘੱਟ ਦੇਣਾ ਇਹ ਸਾਰੇ ਕਿਸੇ ਇੱਕ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਸੀ। ਜਾਂ ਫਿਰ ਕੋਈ ਕਿਸੇ ਨੂੰ ਕੀ ਕਰਨਾ ਮਿਸਲੀਡਿੰਗ ਐਡਵਰਟਾਈਜ਼ਮੈਂਟ ਦੇ ਥਰੂ ਕਿਸੇ ਨੂੰ ਕੀ ਕਰਨਾ ਪ੍ਰੋਡਕਟ ਬਾਏ ਕਰਨ ਦੇ ਲਈ ਕੋਅਰਜ਼ਨ ਕਰਨਾ ਉਸ ਦੇ ਨਾਲ। ਬਟ ਜੋ ਤੁਹਾਡਾ 2019 ਐਕਟ ਹੈ ਇਸ ਦੇ ਵਿੱਚ 3 ਹੋਰ ਪ੍ਰੋਵੀਜ਼ਨਸ ਐਡ ਅਪ ਕਰ ਦਿੱਤੇ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਦੇ। ਫਸਟ ਕੀ ਹੋ ਗਿਆ ਅਨਫੇਅਰ ਟ੍ਰੇਡ ਪ੍ਰੈਕਟਿਸ ਫੇਲੀਅਰ ਟੂ ਇਸ਼ੂ ਏ ਬਿੱਲ। ਜੇ ਕੋਈ ਵੀ ਕੀ ਹੈ ਦੇਖੋ ਬਿੱਲ ਇਸ਼ੂ ਕਰਨ ਦੇ ਵਿੱਚ ਕੀ ਹੋ ਜਾਂਦਾ ਫੇਲ ਹੋ ਜਾਂਦਾ ਤਾਂ ਉਹ ਕੀ ਹੈ 2019 ਦੇ ਵਿੱਚ ਆਪਾਂ ਉਸਨੂੰ ਕੀ ਮੰਨਾਂਗੇ ਇੱਕ ਅਨਫੇਅਰ ਟ੍ਰੇਡ ਪ੍ਰੈਕਟਿਸ ਮੰਨਾਂਗੇ। ਜਾਂ ਫਿਰ ਕੀ ਹੋ ਗਿਆ ਰਿਫਿਊਜ਼ਲ ਟੂ ਅਸੈਪਟ ਗੁੱਡਸ ਵਿਦਿਨ 30 ਡੇਜ਼। ਦੇਖੋ ਸੈਲਰ ਨੇ ਗੁੱਡਸ ਡਿਲੀਵਰ ਕੀਤੀਆਂ ਬਟ ਜੋ ਬਾਇਰ ਹੈ ਉਸਨੇ ਵਿਦਿਨ 30 ਡੇਜ਼ ਕੀ ਨਹੀਂ ਕੀਤਾ ਗੁੱਡਸ ਨੂੰ ਅਸੈਪਟ ਹੀ ਨਹੀਂ ਕੀਤਾ ਤਾਂ ਉਹ ਕੀ ਬਣ ਜਾਂਦਾ ਹੈ ਅਨਫੇਅਰ ਟ੍ਰੇਡ ਪ੍ਰੈਕਟਿਸ ਬਣ ਜਾਂਦਾ ਹੈ। ਥਰਡ ਕੀ ਹੈ ਡਿਸਕਲੋਜ਼ਰ ਆਫ ਪਰਸਨਲ ਇਨਫੋਰਮੇਸ਼ਨ। ਜੇ ਤੁਹਾਡਾ ਸੈਲਰ ਠੀਕ ਹੈ ਬਾਇਰ ਦੀ ਜਿਹੜੀ ਪਰਸਨਲ ਇਨਫੋਰਮੇਸ਼ਨ ਉਸਨੂੰ ਡਿਸਕਲੋਜ਼ ਕਰ ਦਿੰਦਾ ਕਿਸੇ ਥਰਡ ਪਾਰਟੀ ਦੇ ਸਾਹਮਣੇ ਤਾਂ ਵੀ ਉਹ ਕੀ ਬਣ ਜਾਂਦਾ ਇੱਕ ਅਨਫੇਅਰ ਟ੍ਰੇਡ ਪ੍ਰੈਕਟਿਸ ਬਣ ਜਾਂਦਾ। ਤਾਂ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਕੀ ਸੀ 6 ਅਨਫੇਅਰ ਟ੍ਰੇਡ ਪ੍ਰੈਕਟਿਸ ਸੀ ਬਟ ਹੁਣ 3 ਹੋਰ ਐਡ ਕਰ ਦਿੱਤੇ ਗਏ ਨੇ। ਇਹ 3 ਕੀ ਨੇ ਸਭ ਤੋਂ ਪਹਿਲਾਂ ਤਾਂ ਕੀ ਹੈ ਜੇ ਕੋਈ ਸੈਲਰ ਹੈ ਉਹ ਕੀ ਕਰ ਦਿੰਦਾ ਹੈ ਬਿੱਲ ਇਸ਼ੂ ਕਰਨ ਦੇ ਵਿੱਚ ਫੇਲ ਹੋ ਜਾਂਦਾ ਹੈ ਜਾਂ ਫਿਰ ਜਿਹੜਾ ਬਾਇਰ ਹੈ ਉਹ ਕੀ ਨਹੀਂ ਕਰਦਾ ਵਿਦਿਨ 30 ਡੇਜ਼ ਗੁੱਡਸ ਅਸੈਪਟ ਨਹੀਂ ਕਰਦਾ ਜਾਂ ਫਿਰ ਜੋ ਸੈਲਰ ਹੈ ਬਾਇਰ ਦੀ ਇਨਫੋਰਮੇਸ਼ਨ ਜਿਹੜੀ ਉਹ ਥਰਡ ਪਾਰਟੀ ਨੂੰ ਡਿਸਕਲੋਜ਼ ਕਰ ਦਿੰਦਾ ਹੈ ਤਾਂ ਵੀ ਉਹ ਕੀ ਮੰਨਿਆ ਜਾਏਗਾ ਅਨਫੇਅਰ ਟ੍ਰੇਡ ਪ੍ਰੈਕਟਿਸ ਕੰਸੀਡਰ ਕੀਤਾ ਜਾਏਗਾ। ਨੈਕਸਟ ਆਪਾਂ ਕਰਾਂਗੇ ਕੰਪੋਜੀਸ਼ਨ ਪ੍ਰੋਸੀਜਰ ਵੈਰੀ ਇੰਪੋਰਟੈਂਟ ਐਂਡ ਲਾਸਟ ਟੌਪਿਕ ਹੈ ਤੁਹਾਡੇ ਇਸ ਟੌਪਿਕ ਦੇ ਵਿੱਚ ਕੰਪੋਜੀਸ਼ਨ ਪ੍ਰੋਸੀਜਰ। ਹੁਣ ਦੇਖੋ ਕੋਈ ਵੀ ਐਕਟ ਬਣਦਾ ਐਕਟ ਬਣਨ ਦੇ ਲਈ ਇੱਕ ਉਸਦੇ ਕੀ ਬਣਦੇ ਨੇ ਸਭ ਤੋਂ ਪਹਿਲਾਂ ਰਿਪਰੈਜ਼ੈਂਟੇਟਿਵਸ ਬਣਦੇ ਨੇ ਠੀਕ ਹੈ ਵੀ ਕੌਣ ਚੇਅਰਮੈਨ ਹੋਏਗਾ ਕੌਣ ਐਕਟ ਕਰੇਗਾ ਠੀਕ ਹੈ ਇਹ ਸਭ ਚੀਜ਼ਾਂ। ਬਟ ਜਿਹੜੀਆਂ ਐਕਟ 1986 ਉਸ ਦੇ ਵਿੱਚ ਜਿਹੜੀ ਕੰਪੋਜੀਸ਼ਨ ਪ੍ਰੋਸੀਜਰ ਸੀ ਉਹ ਅਲੱਗ ਸੀ ਅਤੇ 19 ਦੇ ਵਿੱਚ ਅਲੱਗ ਹੈ। ਹੁਣ ਦੇਖੋ ਆਪਾਂ ਦੋਨੋਂ ਹੀ ਕਰਾਂਗੇ ਕਿਉਂਕਿ ਐਗਜ਼ਾਮ ਦੇ ਪੁਆਇੰਟ ਵੀ ਤੁਹਾਨੂੰ ਦੋਨੋਂ ਹੀ ਕਰਨੇ ਪੈਣਗੇ। ਬਟ ਜੇ ਦੇਖੋ ਤੁਹਾਨੂੰ ਐਗਜ਼ਾਮ ਦੇ ਵਿੱਚ ਕੀ ਹੈ ਐਗਜ਼ਾਮ ਦੇ ਨਾਲ ਤੁਹਾਨੂੰ ਸੈੱਟ ਹੀ ਇਹ ਕੀਤਾ ਵੀ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਬਾਰੇ ਦੱਸੋ ਠੀਕ ਹੈ। ਬਟ ਮੈਂ ਤੁਹਾਨੂੰ ਕੀ ਕਹਿ ਰਹੀ ਹਾਂ ਵੀ ਤੁਸੀਂ ਅਪ ਟੂ ਡੇਟ ਰਹਿਣਾ ਐਗਜ਼ਾਮ ਦੇ ਪੁਆਇੰਟ ਆਫ ਵਿਊ ਵੀ ਅਤੇ ਕਰੰਟ ਨੌਲੇਜ ਦੇ ਪੁਆਇੰਟ ਆਫ ਵਿਊ ਵੀ ਕਿਉਂਕਿ ਤੁਹਾਨੂੰ ਅਪਡੇਟਡ ਨੌਲੇਜ ਵੀ ਹੋਣੀ ਜ਼ਰੂਰੀ ਹੈ। ਤਾਂ ਕੰਪੋਜੀਸ਼ਨ ਪ੍ਰੋਸੀਜਰ ਆਪਾਂ ਦੋਨਾਂ ਦਾ ਹੀ ਕਰਾਂਗੇ 1986 ਦਾ ਵੀ ਅਤੇ 2019 ਦਾ ਵੀ। ਫਸਟ ਦੇਖੋ ਕੰਪੋਜੀਸ਼ਨ ਪ੍ਰੋਸੀਜਰ ਦੇ ਵਿੱਚ ਕੀ ਹੈ ਡਿਸਟ੍ਰਿਕਟ ਲੈਵਲ 'ਤੇ। ਡਿਸਟ੍ਰਿਕਟ ਲੈਵਲ 'ਤੇ ਕੀ ਹੁੰਦਾ ਹੈ ਜੋ ਤੁਹਾਡਾ 1986 ਐਕਟ ਸੀ ਉਸ ਦੇ ਵਿੱਚ ਕੌਣ ਹੁੰਦਾ ਸੀ ਹੈਡਡ ਬਾਈ ਕਰੰਟ ਔਰ ਫਾਰਮਰ ਡਿਸਟ੍ਰਿਕਟ ਜੱਜਸ ਐਂਡ ਐਟਲੀਸਟ 2 ਮੈਂਬਰਸ ਠੀਕ ਹੈ। ਡਿਸਟ੍ਰਿਕਟ ਲੈਵਲ 'ਤੇ ਕੌਣ ਹੁੰਦਾ ਸੀ ਜੱਜ ਠੀਕ ਹੈ। ਜੱਜ ਕਿਸ ਦਾ ਇੱਕ ਡਿਸਟ੍ਰਿਕਟ ਦਾ ਜੱਜ ਠੀਕ ਹੈ। ਉਸ ਦੇ ਨਾਲ ਕੌਣ ਹੁੰਦੇ ਸੀ 2 ਮੈਂਬਰਸ ਹੁੰਦੇ ਸੀ ਠੀਕ ਹੈ।
स्टेट दे विच भी सेम सी, हैडेड बाई करंट और फॉर्मर। करंट जो इस टाइम है, फॉर्मर जो मतलब कि आप कह सकते भी रिटायर प्रीवियस, ठीक है। हाई कोर्ट जजिस एंड एटलीस्ट 2 मैंबरस। डिस्ट्रिक्ट स्टेट तो सेम हो गए भी, एक सुप्रीम कोर्ट का सॉरी एक हाई कोर्ट का जज होना चाहिए तो नाल उसके 2 मैंबरस होने चाहिए ने। तो नैशनल दे विच की सी, सेम सी, बट इस दे विच किस दा जज होना चाहिए, सुप्रीम कोर्ट का। तुहानूं पता भी हाई कोर्ट तो उपर की अथॉरिटी किहड़ी सुप्रीम कोर्ट है, तो इस दे विच की होएगा सुप्रीम कोर्ट का जज हो सकता है सॉरी नैशनल लैवल ते। नाल उसके कितने मैंबरस होणगे, 4 मैंबरस होणगे। ये किसी एक कंपोजिशन प्रोसीजर से भी ये परसनस अपॉइंट किए होंगे ने कंज्यूमर प्रोटैक्शन एक्ट दे विच। तो 1986 दे विच की सी, डिस्ट्रिक्ट लैवल ते डिस्ट्रिक्ट का जज, उहदे नाल 2 मैंबरस, स्टेट लैवल ते डिस्ट्रिक्ट का जज नाल 2 मैंबरस, नैशनल लैवल तो उसके नाल कितने होने चाहिए, 4 मैंबरस। तो जज भी किसका होना चाहिए, नैशनल का या फिर सुप्रीम कोर्ट का होना चाहिए। बट जो अपना 2019 है, इस टोटली ही चेंजड है। डिस्ट्रिक्ट लैवल पर कौन होना चाहिए, कहते एक प्रेजिडेंट तो उसके नाल 2 मैंबरस होने चाहिए। तो देखो तुहानूं पता लग गया ना इत्थे ही भी जो तुहाडी जज की डिस्ट्रिक्ट लैवल के जज की रिक्वायरमेंट्स इत्थे की होगी, एबोलिश होगी। हुण इत्थे कौन आ गया, प्रेजिडेंट आ गया। प्रेजिडेंट नाल एटलीस्ट 2 मैंबरस होणगे। स्टेट दे विच ते नैशनल दे विच भी प्रेजिडेंट ही एक्ट करेगा, बट मैंबरस की हो गए 2 मोर इनकलूड हो गए। मीनस जिथे आपां गल करदे सी डिस्ट्रिक्ट लैवल ते एक प्रेजिडेंट दे नाल कितने मैंबर होने चाहिए ने, 2 होने चाहिए ने। स्टेट लैवल ते प्रेजिडेंट दे नाल कितने मैंबर होने चाहिए ने, 4 होने चाहिए ने। नैशनल लैवल ते भी प्रेजिडेंट नाल कितने होने चाहिए ने, 4 मैंबरस होने चाहिए ने। ठीक है। उस तो बाद देखो अपॉइंटमेंट, पहला की सी सिलैक्शन कमेटी विल रिकमेंड मैंबरस। सिलैक्शन कमेटी ही दसती सी कि किन्ने मैंबरस होणगे, बट हुण नो प्रोविजनस फॉर सिलैक्शन कमेटी। कोई भी आपां की कह सकते हैं किन्ने मैंबरस अपॉइंट कर रहे हैं, इस चीज़ के लिए की है कोई भी सिलैक्शन कमेटी नहीं बनी हैगी। तो हुण कौन करेगा, सेंट्रल गवर्नमेंट जी डिसाइड करेगी कि किन्ने मैंबरस होने चाहिए ने। तो हुण प्रोविजनस ने जिहड़े सिलैक्शन कमेटी के लिए नहीं हैगी। डिस्ट्रिक्ट लैवल ते एक प्रेजिडेंट प्लस 2 मैंबर, स्टेट लैवल ते प्रेजिडेंट प्लस 2 मैंबरस 4 मैंबरस, नैशनल लैवल ते प्रेजिडेंट प्लस 4 मैंबरस। ये सी अपना कंपोजिशन प्रोसीजर। नैक्सट अपना टॉपिक रह गया पेनैलिटीज़। पेनैलिटीज़ की है 3 ईयर्स इंप्रिजनमेंट और फाइन 25,000 एक्सटेंड भी हो सकता है। मीनस की इसका जे देखो कोई किसी नाल की कर रहा, फ्रॉड कर रहा, तो की लगेगा उसके उपर इंप्रिजनमेंट लगेगी 3 साल की इंप्रिजनमेंट मीनस जेल है ना। तो फाइन कितना हो सकता है 25,000। तो 25,000 तो इंक्रीमेंट लग के 1 लाख रुपीज़ तक भी हो सकता है जे वो कमीशन के या बोर्ड के जो रूल्स रेगूलेशन अकॉर्डिंग की नहीं कर पा रहे, कंपली फिर भी नहीं कर पा रहे। तो ये अपना की सी कंज्यूमर प्रोटैक्शन एक्ट 2019 एक्ट सी। ईच एंड एवरीथिंग अप टू डेट मैं तुहानूं दस चुकी जो भी तुहाडे एग्जाम पॉइंट ऑफ व्यू इंपॉर्टेंट सी। इस तो इलावा ग्रुप दे विच मैं तुहानूं एक PDF सेंड करांगी कंज्यूमर प्रोटैक्शन एक्ट 2019 की। तो तुसीं अपना मोबाइल दे विचों जां PDF कढवा के तुसीं उसनूं की कर सकते हो, पढ़ सकते हो। ठीक है। नैक्सट क्लास दे विच आपां नैक्सट टॉपिक करांगे। थैंक यू।